टीवी पंजाब देखने वाले सारे दर्शकों का स्वागत है जी। मैं हाँ मनदीप सिंह ते लैके हाज़र हाँ टीवी पंजाब का खास न्यूज़ बुलेटिन ते पहला नज़र मारते हैं अज दीयां चोणवीआं खबरां ते। कनेडा च उठी अमृतसर नूं सिद्धी फ्लाइट की मंग, कनेडियन MP वालों शुरू की गई पटीशन। कनेडा अमरीका बॉर्डर नेड़े मिलियां 4 लाशां, अमरीका का बॉर्डर पार करन दी हो रही सी कोशिश। ब्रैम्पटन च टाउन हाउस नूं लगी अग, 3 बच्चों की हुई मौत। रूस के मामले ते कनेडा सख्त, 400 जाणिਆਂ ते लाई पाबंदी ਅਤੇ ਡਗ ਫੋਰਡ ਵੱਲੋਂ ਕੀਤਾ ਗਿਆ ਐਲਾਨ। इस तरीके नाल रीओपन होवेगा अंटारियो। क्यूबक 'ਚ जारी कोरोना का कहर, 24 घंटिਆਂ ਵਿੱਚ ਹੋਈਆਂ 98 मौतां। सो ਇਹ ਸੀ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਖਬਰਾਂ ਵਿਸਥਾਰ ਨਾਲ। कनेडा तो अमृतसर ਨੂੰ ਸਿੱਧੀ ਫਲਾਈਟ ਦੀ ਮੰਗ ਬਹੁਤ ਲੰਬੇ ਸਮੇਂ ਤੋਂ ਕੀਤੀ ਜਾਂਦੀ ਰਹੀ ਹੈ, ਕਿਉਂਕਿ ਇਸ ਵਕਤ ਦਿੱਲੀ ਨੂੰ ਫਲਾਈਟਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਕੈਨੇਡਾ ਦੇ ਵੱਖ-ਵੱਖ 에ਅਰਪੋਰਟਸ ਤੋਂ, ਤੇ ਜਿਸ ਤੋਂ ਬਾਅਦ ਪੰਜਾਬ ਪਹੁੰਚਣ ਲਈ ਵੀ ਕਾਫੀ ਸਮਾਂ ਲੱਗ ਜਾਂਦਾ ਹੈ। ਔਰ ਜੇਕਰ ਦਿੱਲੀ ਤੋਂ ਬਾਅਦ ਫਿਰ ਕਨੈਕਟਡ ਅੰਮ੍ਰਿਤਸਰ ਦੀ ਫਲਾਈਟ ਲੈਣੀ ਹੋਵੇ ਤਾਂ ਉਸ ਵਿੱਚ ਵੀ ਕਾਫੀ ਸਮਾਂ ਜਾਇਆ ਜਾਂਦਾ ਹੈ। ਹਾਲਾਂਕਿ ਅੰਮ੍ਰਿਤਸਰ ਨੂੰ ਸਿੱਧੀ ਫਲਾਈਟ ਚੱਲ ਸਕਦੀ ਹੈ, ਪਰ ਕਿਸੇ ਕਾਰਨਾਂ ਕਰਕੇ ਇਸ ਵਕਤ ਸਿੱਧੀਆਂ ਫਲਾਈਟਾਂ ਨਹੀਂ ਚਲਾਈਆਂ ਜਾ ਰਹੀਆਂ, ਜਿਸ ਨੂੰ ਲੈ ਕੇ ਕੈਨੇਡਾ ਵਿੱਚ ਇੱਕ ਵਾਰੀ ਫੇਰ ਮੰਗ ਉਠਾਈ ਗਈ ਹੈ। ਤੇ ਇਹ ਮੰਗ ਉਠਾਈ ਹੈ ਕੰਜ਼ਰਵੇਟਿਵ ਦੇ MP ਬ੍ਰੈਂਡ ਵਿਸ ਨੇ, ਜਿਨ੍ਹਾਂ ਵੱਲੋਂ ਇੱਕ ਪਟੀਸ਼ਨ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਉੱਤੇ ਹੁਣ ਲਗਾਤਾਰ ਸਾਈਨ ਕਰਵਾਉਣ ਦਾ ਪ੍ਰਚਾਰ ਸੋਸ਼ਲ ਮੀਡੀਆ ਤੇ ਪੰਜਾਬੀਆਂ ਵੱਲੋਂ ਕੀਤਾ ਜਾ ਰਿਹਾ। ਸੋ ਦੇਖ ਲੈਂਦੇ ਆ ਕਿਹੜੀ ਪਟੀਸ਼ਨ ਆ, ਕਿਵੇਂ ਸ਼ੁਰੂ ਕੀਤੀ ਗਈ ਹੈ ਤੇ ਇਸ ਦਾ ਅਸਰ ਕੀ ਹੋ ਸਕਦਾ ਹੈ। ਕੈਨੇਡਾ 'ਚ ਵਾਸਤੇ ਪੰਜਾਬੀ ਹਮੇਸ਼ਾ ਮੰਗ ਕਰਦੇ ਰਹੇ ਨੇ ਕਿ ਉਹਨਾਂ ਨੂੰ ਕੈਨੇਡਾ ਤੋਂ ਅੰਮ੍ਰਿਤਸਰ ਤੱਕ ਦੀ ਸਿੱਧੀ ਫਲਾਈਟ ਚਾਹੀਦੀ ਹੈ, ਜਿਸ ਨਾਲ ਉਹ ਆਪਣਾ ਕਾਫੀ ਸਮਾਂ ਘਰ ਪਹੁੰਚਣ ਤੱਕ ਬਚਾ ਸਕਦੇ ਨੇ। ਪਰ ਫਿਲਹਾਲ ਇਸ ਮਾਮਲੇ ਵਿੱਚ ਪੰਜਾਬੀਆਂ ਨੂੰ ਨਿਰਾਸ਼ਾ ਹੀ ਪੱਲੇ ਪਈ ਹੈ। ਇਸ ਸੰਬੰਧੀ ਹੁਣ ਇੱਕ ਕੈਨੇਡੀਅਨ ਸਿਆਸਤਦਾਨ ਨੇ ਕਦਮ ਚੁੱਕਿਆ ਹੈ, ਜਿਸ ਵੱਲੋਂ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਅੰਮ੍ਰਿਤਸਰ ਨੂੰ ਕੈਨੇਡਾ ਤੋਂ ਸਿੱਧੀਆਂ ਫਲਾਈਟਾਂ ਚੱਲਣੀਆਂ ਚਾਹੀਦੀਆਂ ਨੇ, ਜਿਸ ਵਿੱਚ ਉਹਨਾਂ ਵੱਲੋਂ ਵੈਨਕੂਵਰ ਤੇ ਐਪਸਪੋਰਟ ਤੋਂ ਅੰਮ੍ਰਿਤਸਰ ਦੀਆਂ ਸਿੱਧੀਆਂ ਫਲਾਈਟਾਂ ਦੀ ਗੱਲ ਕੀਤੀ ਹੈ। ਇਹ ਕਦਮ ਬ੍ਰਿਟਿਸ਼ ਕੋਲੰਬੀਆ ਦੇ ਮਿਸ਼ਨ ਇਲਾਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ MP ਬ੍ਰੈਡ ਵਿਸ ਵੱਲੋਂ ਚੱਕਿਆ ਗਿਆ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਰਾਈਡਿੰਗ ਵਿੱਚ ਅਤੇ ਹੋਰ ਸਾਰੇ ਬ੍ਰਿਟਿਸ਼ ਕੋਲੰਬੀਆ ਵਿੱਚ ਅਜਿਹੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਪੰਜਾਬ ਨਾਲ ਸੰਬੰਧ ਨੇ ਅਤੇ ਜੋ ਲੰਬੇ ਸਮੇਂ ਤੋਂ ਵੈਨਕੂਵਰ ਜਾਂ ਐਪਸਪੋਰਟ ਤੋਂ ਸਿੱਧੀ ਅੰਮ੍ਰਿਤਸਰ ਫਲਾਈਟ ਦੀ ਮੰਗ ਕਰਦੇ ਨੇ, ਪਰ ਜੋ ਹਾਲੇ ਤੱਕ ਨਹੀਂ ਚੱਲ ਰਹੀ ਹੈ। ਇਸ ਸੰਬੰਧੀ ਉਹਨਾਂ ਨੇ ਲਿਖਿਆ ਕਿ ਉਹ ਮਾਣ ਮਹਿਸੂਸ ਕਰ ਰਹੇ ਨੇ ਕਿ ਇਸ ਸੰਬੰਧੀ ਉਹ ਹਾਊਸ ਆਫ ਕਾਮਨਸ ਵਿੱਚ ਇੱਕ ਪਟੀਸ਼ਨ ਜਿਹੜੀ ਆ ਉਹ ਲੈ ਕੇ ਆ ਰਹੇ ਨੇ, ਜਿਸ ਉੱਤੇ ਲੋਕਾਂ ਨੂੰ ਸਾਈਨ ਕਰਨ ਲਈ ਵੀ ਸੱਦਾ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਕੈਨੇਡਾ ਤੋਂ ਡਾਇਰੈਕਟ ਅੰਮ੍ਰਿਤਸਰ ਨੂੰ ਫਲਾਈਟ ਚੱਲਣੀ ਚਾਹੀਦੀ ਹੈ। ਪੰਜਾਬੀ ਭਾਈਚਾਰੇ ਵੱਲੋਂ ਬ੍ਰੈਡ ਵਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਇਸ ਪਟੀਸ਼ਨ ਨੂੰ ਵੱਧ ਤੋਂ ਵੱਧ ਸਾਈਨ ਕਰਨ ਲਈ ਆਖਿਆ ਜਾ ਰਿਹਾ ਹੈ, ਤਾਂ ਕਿ ਟੋਰਾਂਟੋ ਜਾਂ ਵੈਨਕੂਵਰ ਤੋਂ ਸਿੱਧੀ ਫਲਾਈਟ ਅੰਮ੍ਰਿਤਸਰ ਦੀ ਚੱਲ ਸਕੇ, ਜਿਸ ਨਾਲ ਪੰਜਾਬੀਆਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ। ਇਸ ਪਟੀਸ਼ਨ ਦੇ ਵਿੱਚ ਕਈ ਅੰਕੜੇ ਵੀ ਦਿੱਤੇ ਗਏ ਨੇ, ਜਿਸ ਵਿੱਚ ਇਹ ਵੀ ਦੱਸਿਆ ਗਿਆ ਕਿ ਜਿਸ ਵਕਤ ਕੋਵਿਡ ਕਾਰਨ ਬਹੁਤ ਸਾਰੇ ਕੈਨੇਡੀਅਨ ਨਾਗਰਿਕ ਪੰਜਾਬ 'ਚ ਫਸ ਗਏ ਸਨ, ਤਾਂ ਅੰਮ੍ਰਿਤਸਰ ਤੋਂ 25 ਸਪੈਸ਼ਲ ਫਲਾਈਟਾਂ ਸਿੱਧੀਆਂ ਚੱਲੀਆਂ ਸਨ, ਜਿਸ ਵਿੱਚ 7500 ਤੋਂ ਵੱਧ ਕੈਨੇਡੀਅਨ ਕੈਨੇਡਾ ਵਾਪਸ ਮੁੜ ਕੇ ਆਏ ਸਨ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਵਕਤ ਜੇਕਰ ਕੈਨੇਡਾ ਨੇ ਕਿਸੇ ਤੋਂ ਪੰਜਾਬ ਆਪਣੇ ਪਿੰਡ ਪਹੁੰਚਣਾ ਹੋਵੇ ਤਾਂ ਉਹਨਾਂ ਦਾ ਸਫ਼ਰ 30 ਘੰਟਿਆਂ ਤੋਂ ਲੈ ਕੇ 50 ਘੰਟਿਆਂ ਤੱਕ ਵੱਧ ਜਾਂਦਾ ਹੈ, ਜੋ ਕਿ ਡਾਇਰੈਕਟ ਫਲਾਈਟ ਚੱਲਣ ਕਾਰਨ ਕਾਫੀ ਘੱਟ ਸਕਦਾ ਹੈ। ਇਹ ਪਟੀਸ਼ਨ 12 ਜਨਵਰੀ 2022 ਨੂੰ ਸ਼ੁਰੂ ਕੀਤੀ ਗਈ ਹੈ, ਜੋ ਕਿ 11 ਫਰਵਰੀ 2022 ਨੂੰ ਸਵੇਰੇ 9 ਵਜੇ ਤੱਕ ਬੰਦ ਹੋ ਜਾਵੇਗੀ ਅਤੇ ਉਸ ਤੋਂ ਪਹਿਲਾਂ ਇਸ ਉੱਤੇ ਸਿਗਨੇਚਰ ਕਰਨੇ ਜ਼ਰੂਰੀ ਹੋਣਗੇ। ਹੁਣ ਤੱਕ ਇਸ ਪਟੀਸ਼ਨ ਤੇ 1300 ਤੋਂ ਵੱਧ ਲੋਕ ਸਾਈਨ ਕਰ ਚੁੱਕੇ ਨੇ ਅਤੇ ਹੁਣ ਵੱਧ ਤੋਂ ਵੱਧ ਲੋਕਾਂ ਨੂੰ ਇਸ ਪਟੀਸ਼ਨ ਤੇ ਸਾਈਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ, ਤਾਂ ਕਿ ਕੈਨੇਡੀਅਨ ਸਰਕਾਰ ਅੱਗੇ ਇਹ ਮੰਗ ਮਜ਼ਬੂਤੀ ਨਾਲ ਰੱਖੀ ਜਾ ਸਕੇ। ਮੈਨੀਟੋਬਾ ਸੂਬੇ ਤੋਂ ਅੱਜ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਅਮਰੀਕਾ ਤੇ ਕੈਨੇਡਾ ਬਾਰਡਰ ਤੋਂ 4 ਲਾਸ਼ਾਂ ਬਰਾਮਦ ਹੋਈਆਂ ਨੇ, ਜਿਸ ਵਿੱਚ ਇੱਕ ਬੱਚੇ ਦੀ ਲਾਸ਼ ਵੀ ਸ਼ਾਮਲ ਹੈ। RCMP ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੱਗ ਇੰਜ ਰਿਹਾ ਸੀ ਕਿ ਇੱਕ ਗਰੁੱਪ ਬਾਰਡਰ ਪਾਰ ਕਰ ਰਿਹਾ ਸੀ, ਜਿਸ ਵਿੱਚੋਂ ਕੁਝ ਲੋਕ ਬਾਰਡਰ ਪਾਰ ਕਰ ਗਏ, ਪਰ ਕੁਝ ਲੋਕ ਜਿਹੜੇ ਆ ਉਹ ਠੰਡ ਕਾਰਨ ਉੱਥੇ ਹੀ ਫਸ ਗਏ ਤੇ ਉਹਨਾਂ ਦੀ ਮੌਤ ਜਿਹੜੀ ਉਹ ਹੋ ਗਈ ਆ। ਸ਼ੁਰੂਆਤ ਹੱਲੇ ਚੱਲ ਰਹੀ ਆ, ਹੱਲੇ ਪਤਾ ਨਹੀਂ ਲੱਗ ਸਕਿਆ ਕਿ ਕਿੱਥੋਂ ਦੇ ਨਾਗਰਿਕ ਸੀਗੇ, ਕਿੰਨੀ ਇਹਨਾਂ ਦੀ ਉਮਰ ਸੀ, ਪਰ ਇੰਨਾ ਜ਼ਰੂਰ ਹੈ ਕਿ ਕੁਝ ਲੋਕ ਜਿਹੜੇ ਆ ਅਮਰੀਕਾ ਵਾਲੇ ਪਾਸੇ ਅਮਰੀਕੀ ਪੁਲਿਸ ਵੱਲੋਂ ਫੜੇ ਗਏ ਆ, ਔਰ ਬਾਕੀ ਜਿਹੜੀਆਂ 4 ਲਾਸ਼ਾਂ ਕੈਨੇਡੀਅਨ RCMP ਵੱਲੋਂ ਬਰਾਮਦ ਕੀਤੀਆਂ ਗਈਆਂ ਨੇ। ਮੈਨੀਟੋਬਾ RCMP ਨੂੰ ਕੈਨੇਡਾ ਅਮਰੀਕਾ ਬਾਰਡਰ ਦੇ ਨੇੜਿਓਂ 4 ਲਾਸ਼ਾਂ ਬਰਾਮਦ ਹੋਈਆਂ ਨੇ, ਜਿਸ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਲ ਹੈ।
ਇਹ ਚਾਰੇ ਲਾਸ਼ਾਂ ਕੈਨੇਡਾ ਵਾਲੇ ਪਾਸਿਓਂ ਮਿਲੀਆਂ ਨੇ, ਜੋ ਕਿ ਬਾਰਡਰ ਤੋਂ ਸਿਰਫ 40 ਫੁੱਟ ਦੂਰ ਪਈਆਂ ਸੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੈਨੀਟੋਬਾ ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਅਮਰੀਕਾ ਦੀ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਪੁਲਿਸ ਵੱਲੋਂ ਇੱਕ ਗਰੁੱਪ ਫੜਿਆ ਗਿਆ ਸੀ, ਜੋ ਕਿ ਕੈਨੇਡਾ ਦਾ ਬਾਰਡਰ ਪਾਰ ਕਰਕੇ ਅਮਰੀਕਾ ਵਿੱਚ ਦਾਖਲ ਹੋਏ ਸਨ ਅਤੇ ਉਹਨਾਂ ਚੋਂ ਇੱਕ ਵਿਅਕਤੀ ਕੋਲੋਂ ਬੱਚਿਆਂ ਦਾ ਸਮਾਨ ਮਿਲਿਆ, ਪਰ ਉਹਨਾਂ ਨਾਲ ਕੋਈ ਵੀ ਬੱਚਾ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਆਰਸੀਐਮਪੀ ਨੂੰ ਜਾਣਕਾਰੀ ਦਿੱਤੀ। ਆਰਸੀਐਮਪੀ ਨੇ ਦੱਸਿਆ ਕਿ 19 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 9:20 ਤੇ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਇਲਾਕੇ ਦੀ ਸਰਚ ਸ਼ੁਰੂ ਕਰ ਦਿੱਤੀ ਅਤੇ ਕਰੀਬ 1:30 ਵਜੇ ਉਹਨਾਂ ਨੂੰ 4 ਲਾਸ਼ਾਂ ਮਿਲੀਆਂ, ਜਿਸ ਵਿੱਚ ਇੱਕ ਛੋਟਾ ਬੱਚਾ ਵੀ ਸ਼ਾਮਲ ਸੀ। ਆਰਸੀਐਮਪੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੀਆਂ ਲਾਸ਼ਾਂ ਬਰਾਮਦ ਹੋਈਆਂ ਉਸ ਵਿੱਚ ਇੱਕ ਬਾਲਗ ਮਰਦ ਅਤੇ ਔਰਤ, ਉਸ ਦੇ ਨਾਲ ਇੱਕ ਟੀਨਏਜਰ ਲੜਕਾ ਤੇ ਇਸ ਦੇ ਨਾਲ ਇੱਕ ਕੁਝ ਮਹੀਨਿਆਂ ਦਾ ਬੱਚਾ ਵੀ ਸ਼ਾਮਲ ਸੀ। ਹਾਲਾਂਕਿ ਆਰਸੀਐਮਪੀ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਸ਼ੁਰੂਆਤੀ ਦੌਰ ਵਿੱਚ ਇਹ ਲੱਗ ਰਿਹਾ ਕਿ ਇਹਨਾਂ ਦੀ ਮੌਤ ਠੰਡ ਕਾਰਨ ਹੋਈ ਹੈ। ਆਰਸੀਐਮਪੀ ਨੂੰ ਸ਼ੱਕ ਹੈ ਕਿ ਇਹਨਾਂ ਵੱਲੋਂ ਲੁੱਕ ਕੇ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਇਸੇ ਦੌਰਾਨ ਹੀ ਮੈਨੀਟੋਬਾ 'ਚ ਇਸ ਵਕਤ ਫ੍ਰੀਜ਼ਿੰਗ ਟੈਂਪਰੇਚਰ ਕਰਕੇ ਇਹਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਸਮੇਂ ਮੈਨੀਟੋਬਾ ਵਿੱਚ -35 ਤਾਪਮਾਨ ਪਹੁੰਚਿਆ ਹੋਇਆ ਸੀ ਅਤੇ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਸਨ ਅਤੇ ਇਸ ਦੇ ਨਾਲ ਹੀ ਪੁਲਿਸ ਮੁਖੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਅਮਰੀਕਾ ਦੇ ਬਾਰਡਰ ਤੱਕ ਪਹੁੰਚਣ ਲਈ ਕਾਫੀ ਲੰਬਾ ਰਸਤਾ ਤੈਅ ਕਰਨਾ ਪੈਂਦਾ ਹੈ ਅਤੇ ਜਿਸ ਕਾਰਨ ਇਹਨਾਂ ਨੂੰ ਕਾਫੀ ਕੁਝ ਬਰਦਾਸ਼ਤ ਕਰਨਾ ਪਿਆ ਤੇ ਜਿਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ, ਜਦਕਿ ਇਹਨਾਂ ਦੇ ਨਾਲ ਦਾ ਗਰੁੱਪ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰ ਗਿਆ। ਆਰਸੀਐਮਪੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹਨਾਂ ਦੀ ਸਹੀ ਉਮਰ ਕਿੰਨੀ ਸੀ ਅਤੇ ਇਹਨਾਂ ਕੋਲ ਕਿਹੜੇ ਦੇਸ਼ ਦੀ ਨਾਗਰਿਕਤਾ ਸੀ ਅਤੇ ਇਹ ਕਿੱਥੇ ਜਾ ਰਹੇ ਸਨ। ਆਰਸੀਐਮਪੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਹੋਰ ਵੀ ਆਸੇ-ਪਾਸੇ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਹੋਰ ਵਿਅਕਤੀ ਵੀ ਇਹਨਾਂ ਨਾਲ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਨਾ ਕਰਦਾ ਹੋਵੇ ਤੇ ਇਸ ਠੰਡ ਤੋਂ ਉਹ ਵੀ ਨਾ ਪੀੜਤ ਹੋਵੇ। ਇਸ ਦੇ ਨਾਲ ਹੀ ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਵੱਲੋਂ ਇਹ ਸੁਨੇਹਾ ਵੀ ਦਿੱਤਾ ਗਿਆ ਕਿ ਜੇਕਰ ਕੋਈ ਤੁਹਾਨੂੰ ਅੱਜਕੱਲ ਦੇ ਸਮੇਂ ਵਿੱਚ ਮੈਨੀਟੋਬਾ ਤੋਂ ਅਮਰੀਕਾ ਦਾ ਬਾਰਡਰ ਪਾਰ ਕਰਨ ਲਈ ਕਹਿੰਦਾ ਤਾਂ ਤੁਸੀਂ ਕਿਸੇ ਦੀ ਨਾ ਸੁਣੋ ਅਤੇ ਅਜਿਹਾ ਨਾ ਕਰੋ, ਕਿਉਂਕਿ ਤੁਹਾਨੂੰ ਕੋਈ ਵੀ ਉੱਥੇ ਤੱਕ ਸੁਰੱਖਿਅਤ ਨਹੀਂ ਪਹੁੰਚਾ ਸਕਦਾ ਅਤੇ ਪੂਰੀ ਤਰੀਕੇ ਨਾਲ ਗਲਤ ਹੋਵੇਗਾ। ਜਾਣਕਾਰੀ ਅਨੁਸਾਰ ਪਹਿਲਾਂ ਵੀ ਇੱਥੋਂ ਕਈ ਲੋਕ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ। ਅੱਜ ਇੱਕ ਹੋਰ ਮੰਦਭਾਗੀ ਘਟਨਾ ਬਰੈਂਪਟਨ ਦੇ ਵਿੱਚ ਵਾਪਰੀ, ਜਿੱਥੇ ਇੱਕ ਟਾਊਨ ਹਾਊਸ ਨੂੰ ਅੱਗ ਲੱਗ ਗਈ, ਜਿਸ ਦੇ ਵਿੱਚ 3 ਬੱਚਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਸੀ। ਹਾਲਾਂਕਿ ਇਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਜਿਸ ਵਿੱਚ ਕੁਝ ਫਾਇਰ ਫਾਈਟਰ ਵੀ ਜ਼ਖਮੀ ਹੋਏ, ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਘਟਨਾ ਉੱਤੇ ਬਰੈਂਪਟਨ ਦੇ ਮੇਅਰ ਅਤੇ ਅੰਟਾਰੀਓ ਦੇ ਪ੍ਰੀਮੀਅਰ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅੰਟਾਰੀਓ ਦੇ ਸ਼ਹਿਰ ਬਰੈਂਪਟਨ ਵਿੱਚ ਅੱਜ ਇੱਕ ਦਰਦਨਾਕ ਘਟਨਾ ਵਾਪਰੀ, ਜਿੱਥੇ ਅੱਗ ਲੱਗਣ ਕਾਰਨ ਅੱਜ 3 ਬੱਚਿਆਂ ਦੀ ਮੌਤ ਹੋ ਗਈ। ਅੱਗ ਇੱਕ ਟਾਊਨ ਹਾਊਸ ਵਿੱਚ ਲੱਗੀ, ਜਿੱਥੇ 9, 12 ਅਤੇ 15 ਸਾਲ ਦੇ 3 ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਦੇ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਅਤੇ ਨਾਲ ਹੀ ਸੂਬੇ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਿਵਾਰ ਨਾਲ ਤੇ ਭਾਈਚਾਰੇ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਗਈ ਹੈ। ਹਾਲਾਂਕਿ ਇਹਨਾਂ ਬੱਚਿਆਂ ਦੀ ਪਛਾਣ ਹੱਲੇ ਸਾਂਝੀ ਨਹੀਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਪੁਲਿਸ ਨੂੰ ਸਵੇਰੇ 9 ਵਜੇ ਦੇ ਕਰੀਬ ਜਾਣਕਾਰੀ ਮਿਲੀ ਕਿ ਘਰ ਵਿੱਚ ਅੱਗ ਲੱਗੀ ਹੋਈ ਹੈ, ਜਿਸ ਤੋਂ ਬਾਅਦ ਐਮਰਜੈਂਸੀ ਰਿਸਪੌਂਡਰ ਮੌਕੇ ਤੇ ਪਹੁੰਚੇ ਅਤੇ ਉਹਨਾਂ ਦੇਖਿਆ ਕਿ ਅੱਗ ਦੀਆਂ ਲਪਟਾਂ ਘਰ ਵਿੱਚੋਂ ਨਿਕਲ ਰਹੀਆਂ ਨੇ। ਜਿਸ ਵਕਤ ਘਰ ਵਿੱਚ ਅੱਗ ਲੱਗੀ ਉਸ ਦੌਰਾਨ ਇਹ 3 ਬੱਚੇ ਮੌਜੂਦ ਸਨ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਸੀ। ਫਾਇਰ ਫਾਈਟਰਸ ਵੱਲੋਂ ਕਾਫੀ ਮਸ਼ੱਕਤ ਕਰਨ ਤੋਂ ਬਾਅਦ ਇਹਨਾਂ ਨੂੰ ਦੂਜੀ ਤੇ ਤੀਜੀ ਮੰਜ਼ਲ ਤੋਂ ਬਾਹਰ ਕੱਢਿਆ ਗਿਆ। ਜਿਸ ਦੌਰਾਨ ਇਹਨਾਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਜ਼ਖਮੀ ਹੋਏ ਸਨ, ਪਰ ਜਾਣਕਾਰੀ ਅਨੁਸਾਰ ਉਸ ਵਕਤ ਉਹ ਸੱਟਾਂ ਗੰਭੀਰ ਨਹੀਂ ਲੱਗ ਰਹੀਆਂ ਸਨ। ਪਰ 11:30 ਦੇ ਕਰੀਬ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਇੱਕ ਟਵੀਟ ਕਰਦੇ ਨੇ, ਜਿਸ ਵਿੱਚ ਉਹ ਜਾਣਕਾਰੀ ਸਾਂਝੀ ਕਰਦੇ ਨੇ ਕਿ 3 ਬੱਚੇ ਉਹਨਾਂ ਜ਼ਖਮਾਂ ਨੂੰ ਸਹਾਰ ਨਹੀਂ ਸਕੇ ਅਤੇ ਉਹਨਾਂ ਦੀ ਮੌਤ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਉਹ ਦੁੱਖ ਦਾ ਪ੍ਰਗਟਾਵਾ ਵੀ ਕਰਦੇ ਨੇ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਦੋਂ ਡਗ ਫੋਰਡ ਤੋਂ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਘਟਨਾ ਨੂੰ ਇੱਕ ਵੱਡਾ ਦੁਖਾਂਤ ਦੱਸਿਆ ਅਤੇ ਪਰਿਵਾਰ, ਭਾਈਚਾਰੇ ਅਤੇ ਉਹਨਾਂ ਦੇ ਦੋਸਤਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਘਟਨਾ ਵਿੱਚ ਕੁਝ ਫਾਇਰ ਫਾਈਟਰਸ ਨੂੰ ਵੀ ਹਲਕੀਆਂ ਸੱਟਾਂ ਲੱਗੀਆਂ ਨੇ। ਇਸ ਦੌਰਾਨ ਬਰੈਂਪਟਨ ਸ਼ਹਿਰ ਦੇ ਫਾਇਰ ਚੀਫ ਬਿਲ ਬॉयਸ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਹਨਾਂ ਦੀ ਟੀਮ ਨੇ ਬੱਚਿਆਂ ਨੂੰ ਬਚਾਉਣ ਲਈ ਪੂਰਾ ਜ਼ੋਰ ਲਾਇਆ, ਜਿਸ ਦੌਰਾਨ ਉਹਨਾਂ ਨੇ ਕੁਝ ਸੱਟਾਂ ਵੀ ਖਾਧੀਆਂ, ਪਰ ਇਸ ਦੇ ਬਾਵਜੂਦ ਵੀ ਉਹ ਬੱਚਿਆਂ ਨੂੰ ਨਹੀਂ ਬਚਾ ਸਕੇ।
ਜ਼ਿਕਰਯੋਗ ਹੈ ਕਿ GTA ਵਿੱਚ 24 ਘੰਟਿਆਂ ਵਿੱਚ ਦੂਜੀ ਘਟਨਾ ਸੀ। ਇਸ ਤੋਂ ਪਹਿਲਾਂ ਟੋਰਾਂਟੋ ਦੀ ਬੇਸਮੈਂਟ ਵਿੱਚ ਅੱਗ ਲੱਗਣ ਕਾਰਨ ਇੱਕ ਔਰਤ ਅਤੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ। ਰੂਸ ਅਤੇ ਯੂਕਰੇਨ ਦੇ ਮਾਮਲੇ ਵਿੱਚ ਕੈਨੇਡਾ ਵੱਲੋਂ ਸਖਤੀ ਦਿਖਾਈ ਜਾ ਰਹੀ ਹੈ ਅਤੇ ਸਖਤੀ ਪਿਛਲੇ ਕੁਝ ਸਾਲਾਂ ਤੋਂ ਜਾਰੀ ਹੈ। 2014 ਤੋਂ ਹੀ ਕੈਨੇਡਾ ਨੇ ਰੂਸ ਤੇ ਪਾਬੰਦੀਆਂ ਲਾਉਣ ਦੀ ਸ਼ੁਰੂਆਤ ਕਰ ਦਿੱਤੀ ਸੀ ਅਤੇ ਇੱਕ ਵਾਰੀ ਫਿਰ ਧਮਕੀ ਦਿੱਤੀ ਹੈ ਕਿ ਜੇਕਰ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਤੇ ਦੁਬਾਰਾ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਖਬਰ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ 400 ਤੋਂ ਵੱਧ ਲੋਕਾਂ ਤੇ ਕੁਝ ਸੰਸਥਾਵਾਂ ਤੇ ਕੈਨੇਡਾ ਪਹਿਲਾਂ ਹੀ ਪਾਬੰਦੀ ਲਾ ਚੁੱਕਾ ਹੈ, ਜਿਹਦੇ ਵਿੱਚ ਉਹ ਲੋਕ ਹੁਣ ਕੈਨੇਡਾ ਦੀ ਯਾਤਰਾ ਨਹੀਂ ਕਰ ਸਕਣਗੇ। ਕੈਨੇਡਾ ਵੱਲੋਂ ਰੂਸ ਅਤੇ ਯੂਕਰੇਨ ਦੇ ਮਾਮਲੇ ਵਿੱਚ ਕਾਫੀ ਸਖਤੀ ਦਿਖਾਈ ਜਾ ਰਹੀ ਹੈ। ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੈਲਾਨੀ ਜੋਨੀ ਵੱਲੋਂ ਕਿਹਾ ਗਿਆ ਕਿ ਜੇਕਰ ਰੂਸ ਵੱਲੋਂ ਯੂਕਰੇਨ ਤੇ ਹਮਲਾ ਕੀਤਾ ਜਾਂਦਾ ਤਾਂ ਰੂਸੀਆ ਦੇ ਖਿਲਾਫ ਸਖਤ ਪਾਬੰਦੀਆਂ ਲਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇਸੇ ਹਫ਼ਤੇ ਦੀ ਸ਼ੁਰੂਆਤ ਵਿੱਚ ਕੈਨੇਡਾ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਵੱਲੋਂ ਯੂਕਰੇਨ ਅਤੇ ਯੂਰਪ ਯੂਨੀਅਨ ਦਾ ਦੌਰਾ ਕੀਤਾ ਗਿਆ ਅਤੇ ਕੈਨੇਡਾ ਵੱਲੋਂ ਆਪਣੀ ਇੱਕ ਫੌਜ ਦੀ ਟੁਕੜੀ ਵੀ ਯੂਕਰੇਨ ਭੇਜੀ ਗਈ ਹੈ। ਇਸ ਦੇ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੈਨੇਡਾ ਵੱਲੋਂ ਪਹਿਲਾਂ ਹੀ 440 ਦੇ ਕਰੀਬ ਲੋਕਾਂ ਅਤੇ ਕੁਝ ਸੰਸਥਾਵਾਂ ਨੂੰ ਬੈਨ ਕਰ ਦਿੱਤਾ ਗਿਆ, ਜਿਸ ਦੇ ਵਿੱਚ ਇਹਨਾਂ ਸੰਸਥਾਵਾਂ ਨੂੰ ਫੰਡ ਟ੍ਰਾਂਸਫਰ ਕਰਨ ਅਤੇ ਕੁਝ ਲੋਕਾਂ ਦੇ ਕੈਨੇਡਾ ਟਰੈਵਲ ਕਰਨ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਪਾਬੰਦੀਆਂ ਦੀ ਸੂਚੀ ਵਿੱਚ 440 ਦੇ ਕਰੀਬ ਨਾਮ ਦੱਸੇ ਜਾ ਰਹੇ ਨੇ ਅਤੇ ਕੁਝ ਇਸੇ ਤਰੀਕੇ ਦੀਆਂ ਪਾਬੰਦੀਆਂ ਹੀ ਇਹਨਾਂ ਉੱਤੇ ਯੂਰਪੀਅਨ ਯੂਨੀਅਨ, ਇੰਗਲੈਂਡ ਅਤੇ ਅਮਰੀਕਾ ਵੱਲੋਂ ਵੀ ਲਾਈਆਂ ਜਾ ਚੁੱਕੀਆਂ ਨੇ। ਹਾਲਾਂਕਿ ਇਸ ਤੋਂ ਪਹਿਲਾਂ ਕੈਨੇਡਾ ਵੱਲੋਂ 2014 ਵਿੱਚ ਹੀ ਇੱਕ ਲੰਬੀ ਸੂਚੀ ਪਾਬੰਦੀਆਂ ਦੀ ਜਾਰੀ ਕਰ ਦਿੱਤੀ ਗਈ ਸੀ, ਜਿਸ ਵਕਤ ਰੂਸ ਨੇ ਯੂਕਰੇਨ ਦੇ ਇੱਕ ਹਿੱਸੇ ਨੂੰ ਜ਼ਬਰਦਸਤੀ ਆਪਣੇ ਨਾਲ ਮਿਲਾ ਲਿਆ ਸੀ। ਜ਼ਿਕਰਯੋਗ ਹੈ ਕਿ 2014 ਵਿੱਚ ਰੂਸ ਵੱਲੋਂ ਯੂਕਰੇਨ ਦੇ ਕਰੀਬੀਅਨ ਪ੍ਰਾਇਦੀਪ ਨੂੰ ਆਪਣੇ ਨਾਲ ਮਿਲਾ ਲਿਆ ਸੀ ਅਤੇ ਇਸ ਵਕਤ ਵੀ ਰੂਸ ਵੱਲੋਂ ਯੂਕਰੇਨ ਦੇ ਬਾਰਡਰ ਤੇ 1 ਲੱਖ ਤੋਂ ਵੱਧ ਫੌਜ ਤੈਨਾਤ ਕੀਤੀ ਹੋਈ ਹੈ, ਜਿਸ ਤੋਂ ਬਾਅਦ ਜੰਗ ਦਾ ਮਾਹੌਲ ਬਣਿਆ ਹੋਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਉੱਤੇ ਬੀਤੇ ਦਿਨੀ ਬਿਆਨ ਦਿੱਤਾ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਰੂਸ ਦੇ ਰਵੱਈਆ ਨੂੰ ਫਿਲਹਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਨਾਟੋ ਫੌਜਾਂ ਨਾਲ ਮਿਲ ਕੇ ਉਹ ਰੂਸ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ, ਜਿਸ ਦੇ ਤਹਿਤ ਕੈਨੇਡਾ ਵੱਲੋਂ ਫੌਜ ਦੀ ਇੱਕ ਟੁਕੜੀ ਪਹਿਲਾਂ ਹੀ ਯੂਕਰੇਨ ਪਹੁੰਚ ਗਈ ਹੈ ਅਤੇ ਕੈਨੇਡੀਅਨ ਆਰਮੀ ਵੱਲੋਂ ਯੂਕਰੇਨ ਦੇ ਵਿੱਚ ਆਰਮੀ ਨੂੰ ਟ੍ਰੇਨ ਕਰਨ ਦਾ ਕੰਮ ਵੀ ਕੀਤਾ ਜਾਂਦਾ ਰਿਹਾ। ਇਸੇ ਤਹਿਤ ਹੀ ਇੰਗਲੈਂਡ ਅਤੇ ਅਮਰੀਕਾ ਵੱਲੋਂ ਵੀ ਯੂਕਰੇਨ ਦੀ ਮਦਦ ਕੀਤੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਫੌਜ ਦੇ ਨਾਲ-ਨਾਲ ਡਿਫੈਂਸਿਵ ਵੈਪਨ ਵੀ ਯੂਕਰੇਨ ਨੂੰ ਭੇਜੇ ਜਾ ਰਹੇ ਨੇ। ਕਿਊਬਕ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਕੋਰੋਨਾ ਵਾਇਰਸ ਕਾਰਨ ਕਿਊਬਕ ਵਿੱਚ 88 ਲੋਕਾਂ ਦੀ ਮੌਤ ਹੋਈ ਸੀ ਅਤੇ ਅੱਜ ਖਬਰ ਸਾਹਮਣੇ ਇਹ ਆਈ ਹੈ ਕਿ ਉੱਥੇ 98 ਲੋਕਾਂ ਦੀ ਮੌਤ ਜਿਹੜੀ ਆ ਉਹ ਹੋਈ ਆ। ਸੋ ਰਿਕਾਰਡ ਲਗਾਤਾਰ ਟੁੱਟ ਰਹੇ ਨੇ। ਹਾਲਾਂਕਿ ਉੱਥੇ ਹੈਲਥ ਟੈਕਸ ਦਾ ਵੀ ਐਲਾਨ ਕੀਤਾ ਗਿਆ, ਦੂਜੇ ਪਾਸੇ ਰਾਤ ਦਾ ਕਰਫਿਊ ਵੀ ਹਟਾ ਦਿੱਤਾ ਗਿਆ, ਪਰ ਕੋਰੋਨਾ ਵਾਇਰਸ ਕਾਰਨ ਹਾਲਾਤ ਲਗਾਤਾਰ ਵਿਗੜ ਰਹੇ ਨੇ। ਕਿਊਬਕ ਅਤੇ ਅੰਟਾਰੀਓ ਵਿੱਚ ਕੋਵਿਡ ਕਰਕੇ ਵੱਡੀ ਗਿਣਤੀ ਵਿੱਚ ਰੋਜ਼ਾਨਾ ਮੌਤਾਂ ਦਾ ਅੰਕੜਾ ਸਾਹਮਣੇ ਆ ਰਿਹਾ ਹੈ। ਜਿੱਥੇ ਅੰਟਾਰੀਓ ਵਿੱਚ ਅੱਜ 75 ਲੋਕਾਂ ਦੀ ਮੌਤ ਦਰਜ ਕੀਤੀ ਗਈ, ਉੱਥੇ ਹੀ ਕਿਊਬਕ ਵਿੱਚ ਬੀਤੇ 24 ਘੰਟਿਆਂ ਦੌਰਾਨ 98 ਲੋਕਾਂ ਦੀ ਮੌਤ ਹੋਈ ਹੈ। ਕਿਊਬਕ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ 12,639 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ, ਜਿਸ ਵਿੱਚ ਅੱਜ ਦੀਆਂ 98 ਮੌਤਾਂ ਵੀ ਸ਼ਾਮਲ ਨੇ। ਕਿਊਬਕ ਦੇ ਹਸਪਤਾਲਾਂ ਵਿੱਚ 3411 ਲੋਕ ਇਸ ਵਕਤ ਵੀ ਦਾਖਲ ਨੇ। ਹਾਲਾਂਕਿ ਬੀਤੇ ਦਿਨ ਨਾਲੋਂ 14 ਦੀ ਗਿਣਤੀ ਘਟੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ 352 ਲੋਕ ਹੋਰ ਹਸਪਤਾਲ ਵਿੱਚ ਦਾਖਲ ਕੀਤੇ ਗਏ, ਜਦਕਿ 366 ਨੂੰ ਛੁੱਟੀ ਦਿੱਤੀ ਗਈ। ਉੱਥੇ ਹੀ 285 ਮਰੀਜ਼ ਇਸ ਵਕਤ ICU ਵਿੱਚ ਦਾਖਲ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ ਕਿਊਬਕ ਵਿੱਚ 6528 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਨੇ। ਹਾਲਾਂਕਿ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਟੈਸਟਿੰਗ ਐਲੀਜੀਬਿਲਿਟੀ ਘੱਟ ਹੋਣ ਕਾਰਨ ਸਹੀ ਗਿਣਤੀ ਵੀ ਸਾਹਮਣੇ ਨਹੀਂ ਆ ਰਹੀ ਹੈ। ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਊਬਕ ਵਿੱਚ 8,18,947 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਨੇ, ਜਿਸ ਵਿੱਚੋਂ 7,53,000 ਠੀਕ ਹੋ ਚੁੱਕੇ ਨੇ, ਜਦਕਿ 12,639 ਦੀ ਮੌਤ ਹੋਈ ਹੈ। ਕਿਊਬਕ ਵਿੱਚ ਇਸ ਵਕਤ ਵੈਕਸੀਨ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ 1,04,205 ਟੀਕੇ ਲਾਏ ਗਏ ਨੇ। ਉੱਥੇ ਹੀ ਕਿਊਬਕ ਸਰਕਾਰ ਵੱਲੋਂ ਵੈਕਸੀਨ ਦਾ ਕੰਮ ਤੇਜ਼ੀ ਨਾਲ ਕਰਨ ਲਈ ਕੈਨੇਡੀਅਨ ਆਰਮੀ ਦੀ ਮਦਦ ਵੀ ਮੰਗੀ ਗਈ ਸੀ। ਉੱਥੇ ਹੀ ਵੈਕਸੀਨ ਦੀ ਦਰ ਵਧਾਉਣ ਦੇ ਲਈ ਹੈਲਥ ਟੈਕਸ ਦਾ ਵੀ ਐਲਾਨ ਕੀਤਾ ਗਿਆ, ਪਰ ਹਾਲੇ ਤੱਕ ਵੀ ਇਸ ਬਾਰੇ ਨਹੀਂ ਦੱਸਿਆ ਗਿਆ ਕਿ ਹੈਲਥ ਟੈਕਸ ਕਿੰਨਾ ਹੋਵੇਗਾ ਅਤੇ ਕਿਹੜੀ ਤਰੀਕ ਤੋਂ ਲਾਇਆ ਜਾਵੇਗਾ। ਇਸ ਸੰਬੰਧੀ ਸਰਵੇ ਵੀ ਕਰਵਾਏ ਜਾ ਰਹੇ ਨੇ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਾਫੀ ਹੱਦ ਤੱਕ ਲੋਕ ਇਸ ਹੈਲਥ ਟੈਕਸ ਨਾਲ ਸਹਿਮਤ ਨੇ
ਕਿਉਂਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਵੈਕਸੀਨ ਲਗਵਾਈ ਹੋਈ ਹੈ ਅਤੇ ਉਹਨਾਂ ਨੂੰ ਇਸ ਹੈਲਥ ਟੈਕਸ ਨਾਲ ਕੋਈ ਫਰਕ ਨਹੀਂ ਪੈਂਦਾ। ਜਦਕਿ ਕੈਨੇਡਾ ਦੇ ਕੁਝ ਫੈਡਰਲ ਲੀਡਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ, ਜਿਸ ਵਿੱਚ ਜਗਮੀਤ ਸਿੰਘ ਅਤੇ ਐਰਨ ਅਟੂਲ ਵੀ ਸ਼ਾਮਲ ਹੁੰਦੇ ਨੇ। ਜਦਕਿ ਜਸਟਿਨ ਟਰੂਡੋ ਵੱਲੋਂ ਇਸ ਸੰਬੰਧੀ ਹੋਰ ਜਾਣਕਾਰੀ ਦੀ ਉਡੀਕ ਕਰਨ ਲਈ ਕਿਹਾ ਸੀ, ਪਰ ਇਸ ਸੰਬੰਧੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਸ ਗੱਲ ਦਾ ਵੀ ਖਿਆਲ ਰੱਖਣਾ ਪਵੇਗਾ ਕਿ ਕੈਨੇਡਾ ਦੇ ਹੈਲਥ ਐਕਟ ਦੀ ਕਿਸੇ ਤਰੀਕੇ ਨਾਲ ਉਲੰਘਣਾ ਨਾ ਹੋਵੇ। ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਅੱਜ ਅੰਟਾਰੀਓ ਦਾ ਰੀਓਪਨਿੰਗ ਪਲਾਨ ਜਾਰੀ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਕਿ 31 ਜਨਵਰੀ ਤੋਂ ਲੈ ਕੇ ਫਿਰ 21 ਫਰਵਰੀ ਤੇ ਫਿਰ ਕਿਸ ਤਰੀਕੇ ਨਾਲ 14 ਮਾਰਚ ਤੱਕ ਢਿੱਲਾਂ ਦਿੱਤੀਆਂ ਜਾਣਗੀਆਂ। ਤੇ ਪਰ ਇੱਥੇ ਇਹ ਜ਼ਰੂਰ ਹੈ ਕਿ ਵੈਕਸੀਨ ਅਤੇ ਮਾਸਕ ਦੇ ਮਾਮਲੇ ਵਿੱਚ ਜਿਹੜੀ ਢਿੱਲ ਆ ਉਹ ਨਹੀਂ ਦਿੱਤੀ ਜਾਵੇਗੀ। ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਅੱਜ ਇੱਕ ਵਾਰੀ ਫਿਰ ਅੰਟਾਰੀਓ ਦੇ ਲੋਕਾਂ ਨਾਲ ਰੀਓਪਨਿੰਗ ਦਾ ਪਲਾਨ ਸਾਂਝਾ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਕਿੰਨੀ ਤਰੀਕ ਤੋਂ ਕਿਵੇਂ ਢਿੱਲ ਦਿੱਤੀ ਜਾਵੇਗੀ। ਪ੍ਰੀਮੀਅਰ ਡਗ ਫੋਰਡ ਨੇ ਦੱਸਿਆ ਕਿ ਫਿਲਹਾਲ 31 ਜਨਵਰੀ ਤੱਕ ਆਹੀ ਪਾਬੰਦੀਆਂ ਲੱਗੀਆਂ ਰਹਿਣਗੀਆਂ, ਪਰ 31 ਜਨਵਰੀ ਤੋਂ ਢਿੱਲ ਦੇਣੀ ਸ਼ੁਰੂ ਹੋ ਜਾਵੇਗੀ, ਜਿਸ ਤੋਂ ਬਾਅਦ ਕਈ ਕਾਰੋਬਾਰਾਂ ਨੂੰ 50% ਕਪੈਸਿਟੀ ਨਾਲ ਖੁੱਲ੍ਹਣ ਦੀ ਆਗਿਆ ਦਿੱਤੀ ਜਾਵੇਗੀ, ਜਿਸ ਵਿੱਚ ਰੈਸਟੋਰੈਂਟ, ਬਾਰ ਅਤੇ ਹੋਰ ਖਾਣ ਪੀਣ ਦੀਆਂ ਥਾਵਾਂ ਸ਼ਾਮਲ ਹੋਣਗੀਆਂ, ਪਰ ਡਾਂਸ ਕਰਨ ਦੀ ਆਗਿਆ ਨਹੀਂ ਹੋਵੇਗੀ। ਇਸ ਦੇ ਨਾਲ ਹੀ ਰਿਟੇਲਰ ਅਤੇ ਸ਼ਾਪਿੰਗ ਮਾਲਸ ਵੀ 50% ਕਪੈਸਿਟੀ ਨਾਲ ਖੁੱਲ੍ਹ ਸਕਣਗੇ। ਜਿਮ ਅਤੇ ਖੇਡਾਂ ਵਾਲੀਆਂ ਥਾਵਾਂ ਵੀ 50% ਕਪੈਸਿਟੀ ਨਾਲ ਖੁੱਲ੍ਹ ਸਕਣਗੀਆਂ। ਇਸੇ ਲੜੀ ਵਿੱਚ ਹੀ ਥੀਏਟਰਸ ਅਤੇ ਮੀਟਿੰਗ ਤੇ ਇਵੈਂਟ ਸਪੇਸਸ ਨੂੰ ਵੀ ਸ਼ਾਮਲ ਕੀਤਾ ਗਿਆ। ਮਿਊਜ਼ੀਅਮ, ਗੈਲਰੀ, ਚਿੜੀਆ ਘਰ ਅਤੇ ਹੋਰ ਇਸ ਤਰੀਕੇ ਦੀਆਂ ਅਟਰੈਕਸ਼ਨਸ ਨੂੰ ਵੀ 50% ਕਪੈਸਿਟੀ ਨਾਲ ਖੋਲ੍ਹਿਆ ਜਾ ਸਕੇਗਾ। ਕਸੀਨੋ, ਬਿੰਗੋ ਹਾਲਸ ਅਤੇ ਹੋਰ ਗੇਮਿੰਗ ਵਾਲੀਆਂ ਥਾਵਾਂ ਨੂੰ ਵੀ 50% ਕਪੈਸਿਟੀ ਨਾਲ ਖੋਲ੍ਹਿਆ ਜਾ ਸਕੇਗਾ, ਜਦਕਿ ਰਿਲੀਜੀਅਸ ਸਰਵਿਸਿਜ਼ ਅਤੇ ਹੋਰ ਬਾਕੀ ਸਾਰੀਆਂ ਸੈਰਮਨੀਜ਼ ਲਈ ਵੀ 50% ਕਪੈਸਿਟੀ ਹੀ ਰੱਖੀ ਗਈ ਹੈ। ਤੇ ਨਾਲ ਹੀ ਪ੍ਰੂਫ ਆਫ ਵੈਕਸੀਨੇਸ਼ਨ ਅਤੇ ਮਾਸਕ ਪਹਿਨਣ ਦੇ ਮਾਮਲੇ ਵਿੱਚ ਕੋਈ ਵੀ ਢਿੱਲ ਨਹੀਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਨਡੋਰ ਸੋਸ਼ਲ ਗੈਦਰਿੰਗ ਦੀ ਲਿਮਟ 10 ਲੋਕਾਂ ਤੱਕ ਹੋਵੇਗੀ ਅਤੇ ਆਊਟਡੋਰ ਗੈਦਰਿੰਗ 25 ਵਿਅਕਤੀਆਂ ਤੱਕ ਪਰਮਿਟਡ ਹੋਵੇਗੀ। ਰੀਓਪਨਿੰਗ ਦਾ ਇਸ ਤੋਂ ਅਗਲਾ ਦੌਰ 21 ਫਰਵਰੀ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਇਨਡੋਰ ਗੈਦਰਿੰਗ 25 ਲੋਕਾਂ ਤੱਕ ਵੱਧ ਜਾਵੇਗੀ ਅਤੇ ਫਿਰ ਆਊਟਡੋਰ 100 ਲੋਕ ਇਕੱਠੇ ਹੋ ਸਕਣਗੇ। ਅਤੇ ਇਸ ਦੇ ਨਾਲ ਹੀ ਜਿੱਥੇ ਪ੍ਰੂਫ ਆਫ ਵੈਕਸੀਨੇਸ਼ਨ ਦੇਖਿਆ ਜਾਵੇਗਾ, ਉੱਥੇ ਕਿਸੇ ਵੀ ਇਨਡੋਰ ਉੱਤੇ ਕੋਈ ਕਪੈਸਿਟੀ ਦੀ ਲਿਮਟ ਨਹੀਂ ਹੋਵੇਗੀ, ਅਤੇ ਜਿੱਥੇ ਪ੍ਰੂਫ ਆਫ ਵੈਕਸੀਨੇਸ਼ਨ ਨਹੀਂ ਦੇਖਿਆ ਜਾਵੇਗਾ ਉੱਥੇ ਲਿਮਟਿਡ ਕਪੈਸਿਟੀ ਰੱਖੀ ਜਾਵੇਗੀ। ਉਸ ਤੋਂ ਬਾਅਦ ਫਾਈਨਲ ਅਤੇ ਆਖਰੀ ਦੌਰ 14 ਮਾਰਚ ਨੂੰ ਸ਼ੁਰੂ ਹੋਵੇਗਾ, ਜਦੋਂ ਸਾਰੀ ਹੀ ਕਪੈਸਿਟੀ ਲਿਮਟਾਂ ਹਟਾ ਦਿੱਤੀਆਂ ਜਾਣਗੀਆਂ, ਜਿਸ ਵਿੱਚ ਕਿਸੇ ਵੀ ਇਨਡੋਰ ਅਤੇ ਆਊਟਡੋਰ ਸਪੇਸਸ ਵਿੱਚ ਕੋਈ ਵੀ ਕਪੈਸਿਟੀ ਲਿਮਟ ਨਹੀਂ ਰੱਖੀ ਜਾਵੇਗੀ, ਪਰ ਪ੍ਰੂਫ ਆਫ ਵੈਕਸੀਨੇਸ਼ਨ ਅਤੇ ਮਾਸਕ ਪਹਿਨਣ ਦੀ ਸ਼ਰਤ ਇਸੇ ਤਰੀਕੇ ਨਾਲ ਕਾਇਮ ਰਹੇਗੀ ਜੋ ਇਸ ਮੌਕੇ ਵੀ ਕਾਇਮ ਹੈ। 14 ਮਾਰਚ ਤੋਂ ਧਾਰਮਿਕ ਸਥਾਨਾਂ ਉੱਤੇ ਵੀ ਕੋਈ ਲਿਮਟ ਨਹੀਂ ਰੱਖੀ ਜਾਵੇਗੀ ਅਤੇ ਹੋਰ ਸਮਾਗਮਾਂ ਲਈ ਵੀ ਆਊਟਡੋਰ ਕੋਈ ਲਿਮਟ ਨਹੀਂ ਹੋਵੇਗੀ। ਇਸ ਦੇ ਨਾਲ ਹੀ ਅੰਟਾਰੀਓ ਦੇ ਮੌਜੂਦਾ ਹਾਲਾਤਾਂ ਸੰਬੰਧੀ ਵੀ ਡਗ ਫੋਰਡ ਵੱਲੋਂ ਅੱਜ ਦੱਸਿਆ ਗਿਆ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਮੌਕੇ ਦੀ ਨਜ਼ਾਕਤ ਵੀ ਦੇਖੀ ਜਾਵੇਗੀ ਅਤੇ ਲੋੜ ਪਈ ਤੇ ਇਹ ਪਲਾਨ ਬਦਲਿਆ ਵੀ ਜਾ ਸਕੇਗਾ। Percent positivity has now dropped to 15.9%. New admissions to hospitals are starting to slow, and patients are spending far less time in the hospital when admitted. And our health system workforce is stabilizing, with more people coming back to work than calling in sick. As I said at the time, while necessary, the additional measures were always intended to be time limited. They were one more tool to blunt the spread of Omicron and protect our hospitals. The evidence tells us that these measures are working, and that we can expect recent trends to continue as Omicron cases peak this month. And while we can be confident in how far we've come, I want to be crystal clear, we're not out of the woods yet. The coming weeks will continue to pose real challenges, especially to our hospitals. But these are challenges our hospital system can manage. We can be confident in our ability to care for people, to provide hospital beds to those who need them, and we can be confident that the worst is behind us as we look to cautiously ease public health measures. As we do, Ontario will repeat the success of the past reopenings. We're taking a phased approach with 21 days between each step to make sure we haven't moved too fast. Starting
January 31st, businesses in Ontario will return to 50% capacity. For the first step, arenas, concert venues, and theaters will be capped at 500 people. Social gatherings will increase to 10 people indoors and 25 people outdoors. If trends remain stable or improve, Ontario will move to the next step on February 21st and then March the 14th. ਅੰਟਾਰੀਓ ਵਿੱਚ ਵੀ ਲਗਾਤਾਰ ਮੌਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ, ਪਰ ਇਸ ਵਕਤ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ 'ਚ ਕੁਝ ਗਿਰਾਵਟ ਜਿਹੜੀ ਕੱਲ੍ਹ ਨਾਲ ਦਰਜ ਕੀਤੀ ਗਈ ਹੈ। ਪਰ ਬੀਤੇ 24 ਘੰਟਿਆਂ ਦੌਰਾਨ ਅੰਟਾਰੀਓ ਵਿੱਚ ਵੀ 75 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਟਾਰੀਓ 'ਚ ਕੋਰੋਨਾ ਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ 75 ਹੋਰ ਲੋਕਾਂ ਦੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉੱਥੇ ਹੀ ਬੀਤੇ 24 ਘੰਟਿਆਂ ਦੌਰਾਨ 7757 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਵੀ ਸਾਹਮਣੇ ਆਏ ਨੇ। ਅੰਟਾਰੀਓ ਵਿੱਚ ਹੁਣ ਕੁੱਲ ਮੌਤਾਂ ਦੀ ਗਿਣਤੀ 10801 ਤੱਕ ਪਹੁੰਚ ਚੁੱਕੀ ਹੈ, ਜਦਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਅੰਟਾਰੀਓ ਵਿੱਚ 9,77,194 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਬੀਤੇ 24 ਘੰਟਿਆਂ ਦੌਰਾਨ ਜਿਹੜੇ 7757 ਮਾਮਲੇ ਸਾਹਮਣੇ ਆਏ ਨੇ, ਉਸ ਵਿੱਚੋਂ 5819 ਲੋਕ ਫੁੱਲੀ ਵੈਕਸੀਨੇਟਡ ਸਨ। ਅੰਟਾਰੀਓ ਵੱਲੋਂ ਦੱਸਿਆ ਗਿਆ ਕਿ ਜਿਹੜੇ ਹੁਣ ਤੱਕ 9,77,194 ਕੇਸ ਸਾਹਮਣੇ ਆਏ ਨੇ, ਉਸ ਵਿੱਚੋਂ 8,87,023 ਕੇਸ ਰਿਕਵਰ ਵੀ ਹੋਏ ਨੇ, ਭਾਵ ਕਿ ਇਸ ਵਿੱਚੋਂ 90% ਲੋਕ ਠੀਕ ਵੀ ਹੋਏ ਨੇ ਅਤੇ ਜਿਸ ਵਿੱਚੋਂ 12,578 ਲੋਕ ਬੀਤੇ ਦਿਨ ਹੀ ਰਿਕਵਰ ਕੀਤੇ ਨੇ। ਉੱਥੇ ਹੀ ਬੀਤੇ ਦਿਨ ਦੇ ਮੁਕਾਬਲੇ ਅੰਟਾਰੀਓ ਦੇ ਹਸਪਤਾਲਾਂ ਵਿੱਚ ਦਾਖਲ ਲੋਕਾਂ ਦੀ ਗਿਣਤੀ ਵਿੱਚ ਵੀ ਥੋੜੀ ਗਿਰਾਵਟ ਦਰਜ ਕੀਤੀ ਗਈ ਹੈ। ਅੰਟਾਰੀਓ ਦੇ ਹਸਪਤਾਲਾਂ ਵਿੱਚ ਅੱਜ ਦੀ ਰਿਪੋਰਟ ਅਨੁਸਾਰ 4,061 ਲੋਕ ਦਾਖਲ ਨੇ, ਜੋ ਕਿ ਬੀਤੇ ਦਿਨ ਨਾਲੋਂ 71 ਘੱਟ ਨੇ। ਉੱਥੇ ਹੀ ਅੰਟਾਰੀਓ ਵਿੱਚ 594 ਮਰੀਜ਼ ਇਸ ਵਕਤ ICU ਵਿੱਚ ਦਾਖਲ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਜਿਹੜੇ 4,061 ਲੋਕ ਹਸਪਤਾਲ ਵਿੱਚ ਦਾਖਲ ਨੇ, ਉਹਨਾਂ ਵਿੱਚੋਂ 55% ਲੋਕ ਕੋਰੋਨਾ ਵਾਇਰਸ ਕਾਰਨ ਹੀ ਹਸਪਤਾਲ ਦਾਖਲ ਕੀਤੇ ਗਏ ਸਨ, ਜਦਕਿ 45% ਲੋਕ ਹੋਰਨਾਂ ਕਾਰਨ ਕਰਕੇ ਹਸਪਤਾਲ ਦਾਖਲ ਹੋਏ ਸਨ, ਪਰ ਉਹਨਾਂ ਦਾ ਟੈਸਟ ਵੀ ਪੋਜ਼ਿਟਿਵ ਪਾਇਆ ਗਿਆ। ਜਦਕਿ ICU ਵਿੱਚ ਦਾਖਲ ਲੋਕਾਂ ਵਿੱਚੋਂ 81% ਲੋਕ ਕੋਵਿਡ ਕਾਰਨ ਹੀ ਦਾਖਲ ਕੀਤੇ ਗਏ ਸਨ, ਪਰ 19% ਹੋਰਨਾਂ ਕਾਰਨ ਕਰਕੇ ਹਸਪਤਾਲ ਦਾਖਲ ਕੀਤੇ ਗਏ ਸਨ, ਪਰ ਉਹਨਾਂ ਦਾ ਟੈਸਟ ਵੀ ਇਸ ਵਕਤ ਪੋਜ਼ਿਟਿਵ ਹੈ। ਅੰਟਾਰੀਓ ਵਿੱਚ ਵੈਕਸੀਨ ਦਾ ਕੰਮ ਵੀ ਇਸ ਵਕਤ ਤੇਜ਼ੀ ਨਾਲ ਚੱਲ ਰਿਹਾ ਹੈ। ਸਿਹਤ ਮੰਤਰੀ ਵੱਲੋਂ ਕੀਤੇ ਗਏ ਟਵੀਟ ਦੇ ਅਨੁਸਾਰ ਬੀਤੇ ਦਿਨ 1,04,000 ਕੋਰੋਨਾ ਵਾਇਰਸ ਦੇ ਟੀਕੇ ਲਾਏ ਗਏ। ਉੱਥੇ ਹੀ ਨਾਲ ਇਹ ਵੀ ਜਾਣਕਾਰੀ ਦਿੱਤੀ ਗਈ ਕਿ 12 ਸਾਲ ਤੋਂ ਉੱਪਰ ਐਲੀਜੀਬਲ ਲੋਕਾਂ ਵਿੱਚੋਂ 91.5% ਲੋਕ ਪਹਿਲਾ ਟੀਕਾ ਲਵਾ ਚੁੱਕੇ ਨੇ, ਜਦਕਿ 88.8% ਲੋਕ ਦੂਜਾ ਟੀਕਾ ਵੀ ਲਵਾ ਚੁੱਕੇ ਨੇ ਅਤੇ ਹੁਣ ਬੂਸਟਰ ਸ਼ਾਟ ਲਾਉਣ ਦਾ ਕੰਮ ਵੀ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਅੰਟਾਰੀਓ ਦੇ ਪ੍ਰੀਮੀਅਰ ਵੱਲੋਂ ਅੱਜ ਰੀਓਪਨਿੰਗ ਪਲਾਨ ਦਾ ਵੀ ਜ਼ਿਕਰ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਕਿ ਕਿੰਨੀ ਤਰੀਕ ਨੂੰ ਕਿਹੜੀਆਂ ਹਦਾਇਤਾਂ ਹਟਾਈਆਂ ਜਾ ਰਹੀਆਂ ਨੇ। ਜਾਂਦੇ ਨਜ਼ਰ ਮਾਰਦੇ ਹਾਂ ਇੱਕ ਵਾਰੀ ਫਿਰ ਚੋਣਵੀਆਂ ਖਬਰਾਂ ਤੇ। ਕੈਨੇਡਾ 'ਚ ਉੱਠੀ ਅੰਮ੍ਰਿਤਸਰ ਨੂੰ ਸਿੱਧੀ ਫਲਾਈਟ ਦੀ ਮੰਗ, ਕੈਨੇਡੀਅਨ MP ਵੱਲੋਂ ਸ਼ੁਰੂ ਕੀਤੀ ਗਈ ਪਟੀਸ਼ਨ। ਕੈਨੇਡਾ ਅਮਰੀਕਾ ਬਾਰਡਰ ਨੇੜੇ ਮਿਲੀਆਂ 4 ਲਾਸ਼ਾਂ, ਅਮਰੀਕਾ ਦਾ ਬਾਰਡਰ ਪਾਰ ਕਰਨ ਦੀ ਹੋ ਰਹੀ ਸੀ ਕੋਸ਼ਿਸ਼। ਬਰੈਂਪਟਨ 'ਚ ਟਾਊਨ ਹਾਊਸ ਨੂੰ ਲੱਗੀ ਅੱਗ, 3 ਬੱਚਿਆਂ ਦੀ ਹੋਈ ਮੌਤ। ਰੂਸ ਦੇ ਮਾਮਲੇ ਤੇ ਕੈਨੇਡਾ ਸਖਤ, 400 ਜਾਣਿਆਂ ਤੇ ਲਾਈ ਪਾਬੰਦੀ ਅਤੇ ਡਗ ਫੋਰਡ ਵੱਲੋਂ ਕੀਤਾ ਗਿਆ ਐਲਾਨ। ਇਸ ਤਰੀਕੇ ਨਾਲ ਰੀਓਪਨ ਹੋਵੇਗਾ ਅੰਟਾਰੀਓ। ਕਿਊਬਕ 'ਚ ਜਾਰੀ ਕੋਰੋਨਾ ਦਾ ਕਹਿਰ, 24 ਘੰਟਿਆਂ ਵਿੱਚ ਹੋਈਆਂ 98 ਮੌਤਾਂ। ਸੋ ਇਹ ਸੀ ਅੱਜ ਦਾ ਖਾਸ ਨਿਊਜ਼ ਬੁਲਟਨ। ਸੋ ਇਸੇ ਤਰੀਕੇ ਨਾਲ ਅਸੀਂ ਤਾਜ਼ਾ ਤੇ ਅਹਿਮ ਖਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ TV ਪੰਜਾਬ।